अस्सलाम वालेकुम दोस्तों, आशिक अली बोल रहा वां। मैं हैल्थ डिपार्टमेंट विच मुलाजम हाँ, सैनिटरी इंस्पैक्टर पंजाब हैल्थ डिपार्टमेंट पाकिस्तान विच। ते मैनू बहुत सारे दोस्त सवाल पुछदे रहिंदे ने कि सानू भी लवाओ नौकरी, ते कुछ नौकरी आए महकमा सेहत विच ते सानू भी दस्सो, जां कोई बंदा दस्सो जिहड़ा लवा सकदा है। ते मैं अज सोचेआ भी सारिआं नूं इक्को बारी जवाब दे देआं, ते बार बार बंदा बुरा लगदा, टाइम भी नहीं मिलदा। ज़ाहिर है हर बंदा मसरूफ है अजकल दे दौर विच, ते नहीं टाइम मिलदा। फिर महकमा सेहत विच नौकरी लगन वास्ते 3 किस्म दीआं नौकरियां ने महकमा सेहत विच। एक ने अनस्किल्ड लोगों वास्ते जिन्हां ने कोई भी तलीम हासल नहीं कीती या थोड़ी जी तलीम हासल कीती है, ते ओह नौकरी करना चाहुंदे ने, उन्हां लई भी नौकरियां है ने। ते जां जिन्हां ने थोड़ी बहुत तलीम हासल कीती है उन्हां वास्ते, ते एक हाई फाई लोगों वास्ते जिहड़े डॉक्टर ने या बहुत ज़्यादा पढ़े लिखे लोग ने उन्हां वास्ते। ये 3 किस्म दियां नौकरियां ने, ते तिन्नां किस्मां ते लगन वास्ते लैदा ही जरूरत पैंदी है चीज़ां दी। सब तो छोटी नौकरी जिहड़ी अनस्किल्ड लोगों वास्ते आ, वो प्राइमरी पास तो शुरू हुंदी है ते मैट्रिक पास तक जांदी है। घट्ट तो घट्ट तुहाडी तलीम जिहड़ी ओह प्राइमरी होवे ते ज़्यादा तो ज़्यादा मैट्रिक होवे ते चल जांदा है। ਉਹਨੂੰ ਅਸੀਂ ਕਹਿੰਦੇ ਹਾਂ ਕਲਾਸ 4 ਦੀ ਨੌਕਰੀ, ਯਾਨੀ ਕਿ ਉਹਨਾਂ ਦਾ ਬੇਸਿਕ ਪੇ ਸਕੇਲ 1 ਤੋਂ ਲੈ ਕੇ ਤੇ 4 ਤੱਕ ਹੁੰਦਾ। ਅਤੇ ਬਾਅਦ ਸੂਰਤਾਂ ਵਿੱਚ ਡੇਲੀ ਵੇਜਸ ਹੁੰਦੇ ਨੇ, ਉਹਨਾਂ ਦਾ ਕੋਈ ਸਕੇਲ ਹੀ ਨਹੀਂ ਹੁੰਦਾ। ਬਾਅਦ ਸੂਰਤਾਂ ਵਿੱਚ ਰਜ਼ਾਕਰਾਨਾ ਤੌਰ 'ਤੇ ਲੱਗੇ ਹੁੰਦੇ ਨੇ, ਲੇਕਿਨ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੇ ਖਰਚੇ ਦੀ ਮੱਦ ਵਿੱਚ ਕੁਛ ਨਾ ਕੁਛ ਪੈਸੇ ਦਿੰਦੇ ਨੇ ਗੌਰਮੈਂਟ ਵਾਲੇ। ਅਤੇ ਇਹ ਨੌਕਰੀ ਵੀ ਹੈ, ਇਹ ਸਭ ਤੋਂ ਘਟੀਆ ਨੌਕਰੀ ਹੈ। ਅਤੇ ਇਹਦੇ ਵਿੱਚ ਨੈਬ ਕਾਸਦ ਹੈ, ਸੈਂਟਰੀ ਪੈਟਰੋਲ ਹੈ, ਸੈਂਟਰੀ ਵਰਕਰ ਹੈ, ਫਿਰ ਖਾਕਰੋਬ ਹੈ, ਮਾਸ਼ਕੀ ਹੈ, ਟਿਊਬਵੈਲ ਆਪਰੇਟਰ ਹੈ, ਜੋ ਵੀ ਇੱਦਾਂ ਦੀਆਂ ਛੋਟੀਆਂ ਮੋਟੀਆਂ ਪੋਸਟਾਂ ਨੇ। ਲੇਡੀ ਸੈਂਟਰੀ ਪੈਟਰੋਲ ਹੈ, ਇਹ ਵਾਲੀਆਂ ਨਾਨ ਟੈਕਨੀਕਲ ਪੋਸਟਾਂ ਜਿਨ੍ਹਾਂ ਨੂੰ ਕਹਿੰਦੇ ਅਸੀਂ, ਉਹ ਵਾਲੀਆਂ ਪੋਸਟਾਂ। ਇਹ ਸਾਰੀਆਂ ਕਲਾਸ 4 ਦੀਆਂ ਨੌਕਰੀਆਂ ਨੇ। ਅਤੇ ਸਿਕਿਉਰਟੀ ਗਾਰਡ, ਚੌਕੀਦਾਰ, ਅਤੇ ਇਹਨਾਂ 'ਤੇ ਲੱਗਣ ਵਾਸਤੇ ਨਾ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੁੰਦੀ। ਸਿਰਫ ਪ੍ਰਾਇਮਰੀ ਪਾਸ ਜਾਂ ਮਿਡਲ ਪਾਸ ਜਾਂ ਹੱਦ ਮੈਟਰਿਕ ਪਾਸ ਹੋਵੇ ਬੰਦਾ, ਅਤੇ ਇਹ ਲੱਗਦਾ ਬੰਦਾ ਜਾਂ ਸਿਫਾਰਿਸ਼ ਨਾਲ, ਅਤੇ ਜਾਂ ਫਿਰ ਜਿਹੜਾ ਆ ਉਹ ਕਿਸੇ MP MNA ਦੀ ਸਿਫਾਰਿਸ਼ ਨਾਲ, ਜਾਂ ਫਿਰ ਪੈਸੇ ਦੇ ਕੇ। ਇਹ ਵਾਲੀਆਂ ਨੌਕਰੀਆਂ ਦਾ ਇੰਨਾ ਕੋਈ ਫਾਇਦਾ ਨਹੀਂ ਹੁੰਦਾ। ਤਨਖਾਹ ਹੁੰਦੀ ਹੈ 16,000 ਜਾਂ ਹੱਦ 17,000 ਰੁਪਈਆ। ਅੱਜ 28 ਫਰਵਰੀ 2018 ਹੈ। ਮੈਂ ਅੱਜ ਦੀ ਗੱਲ ਕਰ ਰਿਹਾ ਵਾਂ, ਬਾਅਦ ਦਾ ਨਹੀਂ ਪਤਾ, ਵੱਧ ਜਾਵੇ। ਪਹਿਲੇ ਥੋੜ੍ਹੀ ਹੁੰਦੀ ਸੀ, 12,000 ਹੁੰਦੀ ਸੀ, ਫਿਰ 14 ਹੋਈ, ਫਿਰ 16 ਹੋਈ, ਹੁਣ ਅੱਜ ਕੱਲ੍ਹ ਜਿਹੜਾ ਉਹ 17-18,000 ਲੱਭ ਜਾਂਦੀ ਹੈ। ਅਤੇ ਇਹਦੇ ਲੱਗਣ ਵਾਸਤੇ ਪਹਿਲੋਂ ਵਕੈਂਸੀਆਂ ਹੁੰਦੀਆਂ ਨੇ ਅਖਬਾਰ ਵਿੱਚ ਕਿ ਫਲਾਣ ਜ਼ਿਲ੍ਹੇ ਵਿੱਚ ਇੰਨੀਆਂ ਸੀਟਾਂ 'ਤੇ ਜਿਹੜਾ ਉਹ ਭਰਤੀਆਂ ਹੋਣਗੀਆਂ, ਅਤੇ ਤੁਸੀਂ ਜਿਹੜਾ ਉਹ EDO ਪਹਿਲੇ ਕਹਿੰਦੇ ਸੀ, ਹੁਣ ਉਹਦਾ ਪੋਸਟ ਦਾ ਨਾਮ ਬਦਲ ਕੇ CEO ਰੱਖ ਦਿੱਤਾ ਹੈ। ਤੁਸੀਂ CEO ਹੈਲਥ ਦੇ ਆਫਿਸ ਵਿੱਚ ਜਿਹੜਾ ਉਹ ਦਰਖਾਸਤਾਂ ਦੇ ਸਕਦੇ ਹੋ, ਅਤੇ ਤੁਸੀਂ ਦਰਖਾਸਤ ਦਿਓ ਅਤੇ ਤੁਸੀਂ ਜਿਹੜਾ ਨਾ ਉਹ ਭਰਤੀ ਹੋ ਸਕਦੇ ਹੋ। ਅਤੇ ਉਹ ਫਿਰ ਉੱਥੇ ਤੁਸੀਂ ਆਪਣਾ ਸ਼ਨਾਖਤੀ ਕਾਰਡ, ਆਪਣਾ ਡੋਮੀਸਾਈਲ ਅਤੇ ਆਪਣੀ ਐਜੂਕੇਸ਼ਨ ਦੀਆਂ ਸੰਦਾਂ ਵਗੈਰਾ ਲਾ ਕੇ ਅਤੇ CEO ਆਫਿਸ ਵਿੱਚ ਤੁਸੀਂ ਐਪਲੀਕੇਸ਼ਨ ਦੇਣੀ ਹੈ, ਅਤੇ ਬਾਅਦ ਵਿੱਚ ਇੰਤਜ਼ਾਰ ਕਰਨਾ ਹੈ ਕਿ ਕਦੋਂ ਜਿਹੜਾ ਆ ਉਹ ਅੱਲਾ ਕਰੇ ਅਤੇ ਤੁਹਾਨੂੰ ਇੰਟਰਵਿਊ 'ਤੇ ਬੁਲਾਇਆ ਜਾਏ। ਅਕਸਰ ਔਕਾਤ ਇੰਝ ਹੀ ਹੁੰਦਾ ਕਿ ਅਖਬਾਰ ਦੇ ਉੱਤੇ ਇਸ਼ਤਿਹਾਰ ਦੇ ਨਾਲ ਹੀ ਲਿਖਿਆ ਹੁੰਦਾ ਕਿ ਫਲਾਂ ਤਰੀਕ ਨੂੰ ਜਿਹੜਾ ਉਹ ਇੰਟਰਵਿਊ ਹੋਏਗਾ। ਫਿਰ ਉਸ ਤਰੀਕ ਨੂੰ ਤੁਸੀਂ ਇੰਟਰਵਿਊ 'ਤੇ ਚਲੇ ਜਾਂਦੇ ਹੋ, ਅਤੇ ਮਾਮੂਲੀ ਜਿਹਾ ਕੰਮ ਹੁੰਦਾ। ਇੰਟਰਵਿਊ ਕਾਹਦਾ ਹੁੰਦਾ, ਸਿਰਫ ਉਹਨਾਂ ਨੇ ਫਾਰਮੈਲਿਟੀ ਪੂਰੀ ਕਰਨੀ ਹੁੰਦੀ ਹੈ ਕਿ ਅਸੀਂ ਇੰਟਰਵਿਊ ਲਿਆ, ਅਤੇ ਉਸ ਤੋਂ ਬਾਅਦ ਜਿਹੜੇ ਸਿਫਾਰਸ਼ੀ ਹੋਣ ਜਾਂ ਜਿਨ੍ਹਾਂ ਲੋਕਾਂ ਨੂੰ ਉਹਨਾਂ ਨੇ ਭਰਤੀ ਕਰਨਾ ਹੁੰਦਾ, ਉਹਨਾਂ ਦੇ ਬਾਅਦ ਵਿੱਚ ਕੁਛ ਦਿਨਾਂ ਬਾਅਦ ਆਰਡਰ ਨਿਕਲਦੇ ਨੇ, ਅਤੇ ਉਹ ਆਪਣਾ ਮੈਡੀਕਲ ਕਰਵਾਉਣ ਤੋਂ ਬਾਅਦ
ਆਪਣੀ ਡਿਊਟੀ ਜੁਆਇਨ ਕਰ ਲੈਂਦੇ ਨੇ। DHQ ਹਸਪੀਟਲ ਤੋਂ ਅਕਸਰ ਜਿਹੜਾ ਨਾ ਉਹ ਮੈਡੀਕਲ ਹੁੰਦਾ। ਅਤੇ ਇਸ ਤੋਂ ਉੱਪਰ ਵਾਲੀ ਨੌਕਰੀ ਜਿਹੜੀ ਹੈ ਉਹ 5ਵੇਂ ਸਕੇਲ ਤੋਂ ਸ਼ੁਰੂ ਹੁੰਦੀ ਹੈ। ਬੇਸਿਕ ਪੇ ਸਕੇਲ 5 ਤੋਂ ਲੈ ਕੇ 6 7 8 9 10 11 12 15 ਸਕੇਲ ਤੱਕ। ਉਹਦੇ ਵਿੱਚ ਇਹ ਆ ਕਿ ਤੁਹਾਡੇ ਕੋਲ ਕੋਈ ਨਾ ਕੋਈ ਟੈਕਨੀਕਲ ਡਿਪਲੋਮਾ ਹੋਣਾ ਜ਼ਰੂਰੀ ਹੈ। ਤੁਹਾਡੀ ਐਜੂਕੇਸ਼ਨ ਜਿਹੜੀ ਹੈ ਉਹ ਮਿਨੀਮਮ ਮੈਟ੍ਰਿਕ ਤੋਂ ਬਾਅਦ ਤੁਸੀਂ ਕੋਈ ਡਿਪਲੋਮਾ ਕੀਤਾ ਹੋਵੇ, ਚਾਹੇ ਤੁਸੀਂ ਡਿਸਪੈਂਸਰ ਦਾ ਡਿਪਲੋਮਾ ਕੀਤਾ, ਲੈਬ ਟੈਕਨੀਸ਼ੀਅਨ ਦਾ ਕੀਤਾ, ਸੈਨੇਟਰੀ ਇੰਸਪੈਕਟਰ ਦਾ ਕੀਤਾ, CDC ਸੁਪਰਵਾਈਜ਼ਰ ਦਾ ਕੀਤਾ, ਵੈਕਸੀਨੇਟਰ ਦਾ ਕੀਤਾ, ਐਕਸਰੇ ਟੈਕਨੀਸ਼ੀਅਨ ਦਾ, ਜਾਂ ਕੋਈ ਵੀ ਪੈਰਾਮੈਡਿਕਸ ਦਾ ਡਿਪਲੋਮਾ ਕਰ ਲਓ। ਪਹਿਲੇ ਮੈਟ੍ਰਿਕ ਤੋਂ ਬਾਅਦ ਹੁੰਦਾ ਸੀ। ਅੱਜ ਕੱਲ੍ਹ ਜਿਹੜਾ ਉਹ ਗੌਰਮੈਂਟ FSC ਵਾਲਿਆਂ ਨੂੰ ਤਰਜੀਹ ਦੇ ਰਹੀ ਹੈ। ਜਿਨ੍ਹਾਂ ਲੋਕਾਂ ਨੇ FSC ਪ੍ਰੀ ਮੈਡੀਕਲ ਕੀਤੀ ਹੈ, ਉਸ ਤੋਂ ਬਾਅਦ ਇਹ ਡਿਪਲੋਮਾ ਕੀਤਾ ਹੈ, ਗੌਰਮੈਂਟ ਉਹਨਾਂ ਨੂੰ ਤਰਜੀਹੀ ਬੁਨਿਆਦਾਂ 'ਤੇ ਜਿਹੜਾ ਉਹ ਨੌਕਰੀ ਰੱਖ ਰਹੀ ਹੈ। ਅਤੇ ਤੁਸੀਂ ਨਾ ਅਗਰ ਮਹਿਕਮਾ ਸਿਹਤ ਵਿੱਚ ਭਰਤੀ ਹੋਣਾ ਅਤੇ ਉਹ ਮੈਟ੍ਰਿਕ ਤੋਂ ਬਾਅਦ, ਮੈਟ੍ਰਿਕ ਜਿਹੜੀ ਉਹ ਸਾਇੰਸ ਨਾਲ, ਸਾਇੰਸ ਵੀ ਬਾਇਓ ਨਾਲ, ਯਾਨੀ ਕਿ ਤੁਸੀਂ ਮੈਟ੍ਰਿਕ ਵਿੱਚ ਬਾਇਓਲੋਜੀ ਜ਼ਰੂਰ ਪੜ੍ਹੀ ਹੋਏ। FSC ਅਤੇ FSC ਵਿੱਚ ਵੀ ਬਾਇਓਲੋਜੀ ਜ਼ਰੂਰ ਪੜ੍ਹੀ ਹੋਏ। ਪ੍ਰੀ ਇੰਜੀਨੀਅਰਿੰਗ ਵਾਲਿਆਂ ਨੂੰ ਕੋਈ ਜਿਹੜਾ ਉਹ ਇਹਦੇ ਵਿੱਚ ਇਜ਼ਾਫੀ ਨੰਬਰ ਨਹੀਂ ਮਿਲਦੇ, ਅਤੇ ਨਾ ਹੀ ਐਡਾ ਉਹਨਾਂ ਨੂੰ ਨੌਕਰੀ 'ਤੇ ਰੱਖਣ ਦੀ ਜਿਹੜਾ ਨਾ ਉਹ ਕੋਈ ਜ਼ਿਆਦਾ ਨੰਬਰ ਮਿਲ ਕੇ ਜਾਂ ਅੱਛਾ ਜਾਣ ਕੇ ਰੱਖਿਆ ਜਾਂਦਾ। ਮੈਰਿਟ ਤੁਹਾਡਾ ਜਿਹੜਾ ਉਹ ਬਾਇਓਲੋਜੀ 'ਤੇ ਬਣਦਾ। ਅਤੇ ਟੋਟਲ ਨੰਬਰ ਜਿਹੜੇ ਨੇ ਉਹਨਾਂ ਦਾ 60% ਜਿਹੜੇ ਟੋਟਲ ਜਦੋਂ ਨੌਕਰੀ ਲੱਗਣਾ ਤੁਸੀਂ ਟੈਕਨੀਕਲ ਸੀਟ 'ਤੇ, ਇਹਦੇ 'ਤੇ ਪਹਿਲੇ ਤਾਂ ਸਿਫਾਰਸ਼ੀ ਭਰਤੀ ਹੁੰਦੇ ਸੀ। ਅੱਜ ਕੱਲ੍ਹ ਜਿਹੜਾ ਆ ਉਹ NTS ਦੇ ਥਰੂ ਟੈਸਟ ਹੋ ਕੇ ਭਰਤੀ ਹੁੰਦੇ ਨੇ, ਅਤੇ ਅੱਜ ਕੱਲ੍ਹ ਲੋਕ ਮੈਰਿਟ 'ਤੇ ਭਰਤੀ ਹੋ ਰਹੇ ਨੇ 5ਵੇਂ ਸਕੇਲ ਤੋਂ ਲੈ ਕੇ ਅਤੇ 9ਵੇਂ ਸਕੇਲ ਤੱਕ, 15ਵੇਂ ਸਕੇਲ ਤੱਕ। ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਫਰਜ਼ ਕਰੋ ਕਿ ਮੈਟ੍ਰਿਕ ਕੀਤਾ, ਮੈਟ੍ਰਿਕ ਵਿੱਚੋਂ ਤੁਹਾਡੀ 70% ਜਾਂ 80% ਮਾਰਕਸ ਨੇ, ਅਤੇ ਤੁਸੀਂ ਡਿਪਲੋਮਾ ਕੀਤਾ, ਡਿਪਲੋਮੇ ਵਿੱਚੋਂ ਤੁਹਾਡੇ ਜਿਹੜਾ ਉਹ 60%, 70%, 80% ਜਿਤਨੇ ਵੀ ਮਾਰਕਸ ਨੇ, ਉਹਨਾਂ ਦੀ ਪਰਸੈਂਟੇਜ ਕੱਢੀ ਜਾਂਦੀ ਹੈ ਕਿ ਤੁਸੀਂ ਕਿੰਨੇ % ਨੰਬਰ ਲਏ ਨੇ। ਅਤੇ ਉਸ ਤੋਂ ਬਾਅਦ 30 ਨੰਬਰ ਜਿਹੜੇ ਉਹ ਟੈਸਟ ਦੇ ਹੁੰਦੇ ਨੇ। ਵੈਸੇ ਹੁੰਦਾ ਤਾਂ 100 ਹੈ, ਲੇਕਿਨ 100 ਜਿਤਨੇ ਵੀ ਨੰਬਰ ਆਉਣ ਉਹਨੂੰ ਸਿਰਫ 30% ਦੇ ਅੰਦਰ ਐਡਜਸਟ ਕੀਤਾ ਜਾਂਦਾ ਕਿ ਤੁਹਾਡੇ ਕਿੰਨੇ ਨੰਬਰ ਨੇ। ਅਤੇ ਉਸ ਤੋਂ ਬਾਅਦ ਫਿਰ 10 ਨੰਬਰ ਜਿਹੜੇ ਉਹ ਇੰਟਰਵਿਊ ਦੇ ਹੁੰਦੇ ਨੇ। ਜਦੋਂ ਤੁਸੀਂ ਇੰਟਰਵਿਊ ਦਿੰਦੇ ਹੋ, ਅੱਛਾ ਇੰਟਰਵਿਊ ਹੋ ਗਿਆ ਅਤੇ ਅੱਛੇ ਨੰਬਰ, ਅਤੇ ਅਗਰ ਮਾੜਾ ਵੀ ਹੋਇਆ ਤਾਂ ਕਮ ਸੇ ਕਮ ਉਹ 4 ਨੰਬਰ ਦਿੰਦੇ ਨੇ। ਅਗਰ ਬਹੁਤ ਅੱਛਾ ਹੋ ਗਿਆ ਤਾਂ ਉਹ 8 ਨੰਬਰ ਦਿੰਦੇ ਨੇ, 10 ਨੰਬਰ ਕਿਸੇ ਨੂੰ ਨਹੀਂ ਦਿੰਦੇ। ਅਤੇ ਯਾਨੀ ਕਿ ਇੰਟਰਵਿਊ ਦਾ ਫਿਰ ਨਾ ਇੰਨਾ ਜ਼ਿਆਦਾ ਕੋਈ ਤਲਕ ਨਹੀਂ ਰਹਿ ਜਾਂਦਾ। ਫਿਰ ਤੁਸੀਂ ਮੈਰਿਟ 'ਤੇ ਆਪਣੇ ਐਜੂਕੇਸ਼ਨਲ ਨੰਬਰ ਜਿਹੜੇ ਹੁੰਦੇ ਨੇ ਉਹਨਾਂ 'ਤੇ ਹੀ ਭਰਤੀ ਹੋਣਾ। ਅਤੇ ਇਹਨਾਂ ਵਿੱਚੋਂ ਕੋਈ ਵੀ ਡਿਪਲੋਮਾ ਕਰ ਲਓ। ਇਹ ਡਿਪਲੋਮੇ ਮੈਂ ਫਿਰ ਕਿਸੇ ਦਿਨ ਤੁਹਾਨੂੰ ਦੱਸਾਂਗਾ ਕਿ ਕਿੱਥੋਂ ਕਿੱਥੋਂ ਕਰੀ ਜਾਂਦੇ ਨੇ, ਪੂਰੇ ਪੰਜਾਬ ਵਿੱਚੋਂ, ਪੂਰੇ ਪੰਜਾਬ ਪਾਕਿਸਤਾਨ 'ਚੋਂ, ਇੰਡੀਆ ਵਾਸਤੇ ਨਹੀਂ ਹੈ। ਅਤੇ ਨਾ ਹੀ ਮੈਨੂੰ ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਸਿੰਧ ਬਾਰੇ ਇੰਨਾ ਜ਼ਿਆਦਾ ਪਤਾ। ਹਾਂ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ 'ਚ ਮੇਰੇ ਕੁਛ ਦੋਸਤ ਹੈ ਜਿਨ੍ਹਾਂ ਨੇ ਮੈਨੂੰ ਕੁਛ ਮਾਲੂਮਾਤ ਦਿੱਤੀ ਹੈ, ਲੇਕਿਨ ਮੈਂ ਜਿਹੜਾ ਉਹ ਮੁਕੰਮਲ ਮਾਲੂਮਾਤ ਤੋਂ ਬਗੈਰ ਤੁਹਾਨੂੰ ਕੋਈ ਵੀ ਗਲਤਫਹਿਮੀ ਵਿੱਚ ਨਹੀਂ ਪਾਉਣਾ ਚਾਹੁੰਦਾ। ਮੈਂ ਸਿਰਫ ਪੰਜਾਬੀਆਂ ਵਾਸਤੇ ਅਤੇ ਪਾਕਿਸਤਾਨੀਆਂ ਵਾਸਤੇ ਜਿਹੜਾ ਉਹ ਗੱਲ ਕਰ ਰਿਹਾ ਵਾਂ। ਦੂਸਰੇ ਲੋਕ ਜਿਹੜੇ ਆ ਉਹ ਇਸ ਬਾਰੇ ਨਾ ਪੁੱਛਣ ਮੈਨੂੰ ਸਵਾਲ। ਅੱਛਾ, ਇਹ ਡਿਪਲੋਮਿਆਂ ਦੇ ਬਾਰੇ ਮੈਂ ਫਿਰ ਕਿਸੇ ਦਿਨ ਤੁਹਾਨੂੰ ਪੂਰੀ ਤਫਸੀਲ ਦੱਸਾਂਗਾ ਕਿ ਕਾਲਜ ਕਿੱਥੇ ਕਿੱਥੇ ਨੇ, ਇਹਦੇ 'ਚ ਦਾਖਲਾ ਕਦੋਂ ਹੁੰਦਾ ਹੈ, ਕਿਵੇਂ ਤੁਸੀਂ ਦਾਖਲਾ ਲੈ ਸਕਦੇ ਹੋ, ਕਿੰਨੀ ਇਹਦੀ ਫੀਸ ਹੈ, ਕਿੰਨੀ ਦੇਰ ਵਿੱਚ ਜਿਹੜਾ ਉਹ ਪਾਸ ਕਰ ਲਓਗੇ, ਅਤੇ ਕਿੰਨਾ ਤੁਹਾਨੂੰ ਪੜ੍ਹਨਾ ਪਏਗਾ, ਕਿੰਨੇ ਕੁ ਤੁਹਾਡੇ ਮੈਟ੍ਰਿਕ 'ਚੋਂ ਨੰਬਰ ਹੋਣ 'ਤੇ ਤੁਹਾਨੂੰ ਦਾਖਲਾ ਮਿਲ ਜਾਏਗਾ, ਜਾਂ FSC 'ਚੋਂ ਨੰਬਰ ਹੋਣ 'ਤੇ ਵੀ ਦਾਖਲਾ ਮਿਲ ਜਾਏਗਾ। ਅੱਛਾ, ਇਸ ਤੋਂ ਬਾਅਦ ਇੱਕ ਹਾਈਫਾਈ ਜੋਬਸ ਨੇ ਜਿਹਨੂੰ ਜਿਹੜੀ 16ਵੇਂ ਸਕੇਲ ਤੋਂ ਸ਼ੁਰੂ ਹੁੰਦੀਆਂ ਨੇ ਅਤੇ ਉਹ 22ਵੇਂ ਸਕੇਲ ਤੱਕ ਜਾਂਦੀਆਂ ਨੇ। ਅਤੇ ਉਹਦੇ 'ਤੇ ਭਰਤੀ ਹੋਣ ਵਾਸਤੇ ਜ਼ਿਆਦਾ ਲੋਕ ਜਿਹੜੇ ਉਹ 17ਵੇਂ ਸਕੇਲ 'ਚ ਡਾਇਰੈਕਟ ਭਰਤੀ ਹੁੰਦੇ ਨੇ, ਕੁਛ ਲੋਕ ਜਿਹੜੇ ਉਹ 16ਵੇਂ ਸਕੇਲ 'ਚ ਭਰਤੀ ਹੁੰਦੇ ਨੇ। ਉਹਨਾਂ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਜਿਹੜੀ ਹੈ ਉਹ ਡਾਕਟਰਾਂ ਦੀ ਹੁੰਦੀ ਹੈ, ਚਾਹੇ ਉਹ WMO ਹੋਵੇ ਚਾਹੇ ਉਹ MO ਹੋਵੇ। ਉਹ ਪੋਸਟ ਦਾ ਨਾਂ ਹੈ MO ਮੀਨ ਮੈਡੀਕਲ ਅਫੀਸਰ, WMO ਮੀਨ ਵੂਮਨ ਮੈਡੀਕਲ ਅਫੀਸਰ। ਜਿਹੜੀਆਂ ਲੜਕੀਆਂ MBBS ਕਰਦੀਆਂ ਨੇ ਉਹਨਾਂ ਨੂੰ ਵੂਮਨ ਮੈਡੀਕਲ ਅਫੀਸਰ ਕਹਿੰਦੇ ਨੇ, ਜਿਹੜੇ ਲੜਕੇ MBBS ਕਰਦੇ ਨੇ ਉਹਨਾਂ ਨੂੰ ਮੈਡੀਕਲ ਅਫੀਸਰ ਕਹਿੰਦੇ ਨੇ। ਅਤੇ ਉਹ ਜਿਹੜੇ ਆ ਉਹ ਭਰਤੀ ਹੋ ਜਾਂਦੇ ਨੇ। ਉਹਨਾਂ ਦੇ ਭਰਤੀ ਹੋਣ ਦਾ ਤਰੀਕਾਕਾਰ ਇਹ ਆ ਕਿ ਜਦੋਂ MBBS ਪਾਸ ਕਰ ਲੈਂਦੇ ਨੇ
ਤੇ ਰਜਿਸਟਰਡ ਡਾਕਟਰ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਨੇ ਵੇਟ ਕਰਨੀ ਹੁੰਦੀ ਹੈ। ਫਿਰ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਵਕੈਂਸੀਆਂ ਆਉਂਦੀਆਂ ਨੇ। ਪਹਿਲੇ ਤਾਂ ਜਿਹੜਾ ਉਹ ਵਾਕ ਇਨ ਇੰਟਰਵਿਊ ਹੁੰਦਾ ਸੀ ਕਿ ਹਰ ਮਹੀਨੇ ਦੀ ਪਹਿਲੀ ਜੁਮੇਰਾਤ ਜਿਹੜੀ ਹੈ ਉਸ ਦਿਨ ਡਾਕਟਰ ਭਰਤੀ ਕੀਤੇ ਜਾਣਗੇ। ਉਹ ਡਾਕਟਰ ਸਿਰਫ ਆਪਣੇ ਕਾਗਜ਼ਾਤ ਲੈ ਕੇ ਡਾਇਰੈਕਟ ਹੀ ਉੱਥੇ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ ਅਤੇ ਉਹ ਕਮੇਟੀ ਜਿਹੜੀ ਹੈ ਇੰਟਰਵਿਊ ਉਹਨਾਂ ਦਾ ਲਏਗੀ ਅਤੇ ਉਹ ਉਸੇ ਟਾਈਮ ਹੀ ਭਰਤੀ ਹੋ ਜਾਣਗੇ। ਲੇਕਿਨ ਹੁਣ ਜਿਹੜਾ ਆ ਉਹ ਵਜ਼ੀਰ ਆਲਾ ਸਾਹਿਬ ਨੇ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਉਹਨਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਜਿੰਨੀ ਦੇਰ ਤੱਕ ਉਹ ਪਬਲਿਕ ਸਰਵਿਸ ਕਮਿਸ਼ਨ ਦਾ ਇਮਤਿਹਾਨ ਪਾਸ ਨਹੀਂ ਕਰਨਗੇ ਉਨੀ ਦੇਰ ਤੱਕ ਉਹ ਭਰਤੀ ਨਹੀਂ ਹੋ ਸਕਦੇ। ਉਹ ਪਬਲਿਕ ਸਰਵਿਸ ਕਮਿਸ਼ਨ ਦੇ ਥਰੂ ਭਰਤੀ ਹੁੰਦੇ ਨੇ। ਭਰਤੀ ਹੋ ਕੇ ਅਤੇ ਉਹ ਆ ਜਾਂਦੇ ਨੇ ਹੋਸਪਿਟਲਾਂ ਦੇ ਵਿੱਚ। ਉਹ ਫਿਰ ਡਿਊਟੀ ਸ਼ੁਰੂ ਕਰ ਦਿੰਦੇ ਨੇ। ਹੋਸਪਿਟਲਾਂ ਦੀਆਂ ਕਿਸਮਾਂ ਬਾਰੇ ਵੀ ਮੈਂ ਫਿਰ ਕਦੀ ਤੁਹਾਨੂੰ ਦੱਸਾਂਗਾ ਵੀ ਹੋਸਪਿਟਲ ਕਿੰਨੀ ਕਿਸਮ ਦੇ ਹੁੰਦੇ ਨੇ ਅਤੇ ਕਿਹੜੇ ਹੋਸਪਿਟਲ ਵਿੱਚ ਕਿੰਨੀਆਂ ਕੁ ਵਕੈਂਸੀਆਂ ਹੁੰਦੀਆਂ ਨੇ ਅਤੇ ਪੰਜਾਬ ਪੂਰੇ ਵਿੱਚ ਕਿੰਨੀਆਂ ਵਕੈਂਸੀਆਂ ਨੇ ਅਤੇ ਤੁਸੀਂ ਕਿਹੜਾ ਡਿਪਲੋਮਾ ਕਰੋ ਜਾਂ ਕੀ ਪੜ੍ਹਾਈ ਕਰੋ ਅਤੇ ਤੁਹਾਨੂੰ ਆਸਾਨੀ ਨਾਲ ਨੌਕਰੀ ਲੱਭ ਜਾਏਗੀ। ਮੈਂ ਤੁਹਾਨੂੰ ਫਿਰ ਕਿਸੇ ਦਿਨ ਦੱਸਾਂਗਾ, ਬੜੀ ਲੰਬੀ ਤਫਸੀਲ ਹੋ ਜਾਣੀ। ਇਹ 3 ਕਿਸਮ ਦੀਆਂ ਨੌਕਰੀਆਂ ਹੁੰਦੀਆਂ। ਚੌਥਾ ਇੱਕ ਹੋਰ ਵੀ ਹੁੰਦੇ ਨੇ ਕਲੈਰੀਕਲ ਸਟਾਫ। ਇਹ 7ਵੇਂ ਸਕੇਲ ਤੋਂ ਸ਼ੁਰੂ ਹੁੰਦੇ ਨੇ ਅਤੇ 15ਵੇਂ ਸਕੇਲ ਤੱਕ ਜਾਂਦੇ ਨੇ ਅਤੇ ਇਹ ਸਾਰੇ ਸਿਫਾਰਸ਼ੀ ਹੁੰਦੇ ਨੇ, ਰਿਸ਼ਵਤ ਦੇ ਕੇ ਭਰਤੀ ਹੋਏ ਹੁੰਦੇ ਨੇ ਅਤੇ ਅੱਲਾ ਕਰੇ ਉਹ ਆਪ ਵੀ ਰਿਸ਼ਵਤ ਲੈ ਕੇ ਪੂਰੀ ਕਰ ਲੈਂਦੇ ਨੇ। ਲੇਕਿਨ ਇਹਨਾਂ ਬਾਰੇ ਜਿਹੜਾ ਨਾ ਉਹ ਜ਼ਿਆਦਾਤਰ ਸਿਫਾਰਸ਼ੀ ਲੋਕ ਹੁੰਦੇ ਨੇ ਜਾਂ ਰਿਸ਼ਵਤ ਦੇ ਕੇ ਭਰਤੀ ਹੋਏ ਹੁੰਦੇ ਨੇ। ਇਹ ਲੋਕ ਮੈਰਿਟ 'ਤੇ ਨਹੀਂ ਆਏ ਹੁੰਦੇ। ਅਤੇ ਠੀਕ ਹੈ, ਫਿਰ ਮੈਂ ਤੁਹਾਨੂੰ ਜਿਹੜਾ ਬਾਕੀ ਗੱਲਾਂ ਫਿਰ ਦੱਸਾਂਗਾ। ਅਤੇ ਨੌਕਰੀ ਲੱਗਣ ਵਾਸਤੇ ਮਹਿਕਮਾ ਸਿਹਤ ਦੀ ਇਹ 3-4 ਹੀ ਕਿਸਮਾਂ ਨੇ ਅਤੇ ਇਹ ਤੁਸੀਂ ਆਪ ਹੀ ਭਰਤੀ ਹੋ ਸਕਦੇ ਹੋ। ਕੋਈ ਕਿਸੇ ਨੂੰ ਨਹੀਂ ਲਵਾ ਸਕਦਾ। ਤੁਸੀਂ ਆਪਣੀ ਮਿਹਨਤ ਨਾਲ ਹੀ ਭਰਤੀ ਹੋਣਾ। ਅਤੇ ਠੀਕ ਹੈ, ਅੱਲਾ ਹਾਫਿਜ਼।